ਇੱਥੇ ਜਾਤ ਪਾਤ ਦੇ ਰਸਿਆਂ ਨਾ ਗਲ ਸਭ ਦਾ ਕੁੱਟਣਾ ਸੌਖਾ ਏ। मेरे देश च धर्म दे नाम उत्ते लोकां नूं लुटना सौखा। कुछ जिंदड़ियां इदां दियां हुंदियां जिहड़ियां चले जांदियां पर उन्हां दे विचार नहीं मरदे। असीं उस नूं बिल्कुल समर्पित हाँ जी, जो साडा ओह नेता आ, जो साडा ओह हीरो आ। देश च धर्म दे नाम उत्ते लोकां नूं लुटना सौखा। माड़ा वक्त इंसान ते जद आन पैंदा तां सप रस्सियां दे बन के कट जांदे। ओ चंगे माड़े दी हुंदी उदों परख यारो जदों अपने ही पासा वट जांदे। ओदी याद तां साडे दिलां च मैनूं इस वेले अखां भर आईयां भी साडा ओह प्रेरणा सरोवर सी, ओहदा असीं मना रहे ते जित के ही घर नूं। सानू धूड़ पैरां दी तुहानू कुर्सियां मिलियां। सानू धूड़ पैरां दी तुहानू कुर्सियां मिलियां। असी मंगी सी रोटी तुहानू लाठियां मिलियां। जदों तक जान है बाकी लड़ांगे हौसला साडा। असी सीना तान के खावांगे जे सानू गोलियां मिलियां। असी सीना तान के खावांगे जे सानू गोलियां मिलियां। तो दुनिया का महंगा टोल प्लाजा सी वो अपना लौडूवाल वाला वो अज फ्री करवाए हुआ। बिना पावर तो बिना सरकार तो ये काम करके सानू आज़ादी दे सकती, साडी लुट हुंदी बचा सकते आ। तो जिदन ये पावर दे विच आ गया तो ये साडे लई की सुख ते सहूलतां लैके आउणगे। जिथे रुलदियां पैणां, जिथे बेबे दियां पैणां, जिथे रुलदियां पैणां वे जिथे खून ते पसीना साथों खोलियां ज़मीना। वे जिथे खून ते पसीना साथों खोलियां ज़मीना। दसी लाडो धी दे कोलों कातों रखदा ए पेत साडा पींगा वाला वेड़ा, साडा टाली वाला खेत। दसी दसी बाबुलावे केड़े खा गए परेत। दसी दसी बाबुलावे केड़े खा गए परेत। साडा पींगा वाला वेड़ा, साडा टाली वाला खेत। नौजवान एकता जिंदाबाद, पंजाब हरियाणा एकता जिंदाबाद, किसान मजदूर एकता जिंदाबाद, केंद्र सरकार मुर्दाबाद। काले कानून रद्द करो, लोक विरोधी काले कानून रद्द करो। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। ਛਨਕਾਟਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਕਿਸਾਨੀ ਮੋਰਚੇ ਨੂੰ ਚੱਲਦੇ ਨੂੰ 100 ਦਿਨ ਤੋਂ ਉੱਪਰ ਹੋ ਚੁੱਕੇ ਤੇ ਲਗਾਤਾਰ ਸਰਕਾਰ ਗੁੰਗੀ ਬੋਲੀ ਤੇ ਅੰਨੀ ਹੋਈ ਹੈ। ਅੱਜ ਪਿੰਡ ਉਪਲਾ ਜੋ ਕਿ ਨੂਰਮਹਿਲ ਦੇ ਨਜ਼ਦੀਕ ਹੈ, ਇੱਥੇ ਦੀ ਪੰਚਾਇਤ ਔਰ ਕੁਝ ਨੌਜਵਾਨ ਮੈਂਬਰਾਂ ਨੇ ਇੱਕ ਉਪਰਾਲਾ ਕੀਤਾ ਜਿਹਦੇ ਨਾਲ ਸਰਕਾਰ ਦੇ ਕੰਨ ਖੁੱਲ੍ਹ ਸਕਣ ਤੇ ਉਹਨਾਂ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚ ਸਕੇ। ਆਓ ਮਿਲਾਈਏ ਤੁਹਾਨੂੰ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਤਰਪ੍ਰੀਤ ਸਿੰਘ ਆ। ਮੈਂ ਕਿਰਤੀ ਕਿਸਾਨ ਯੂਥ ਵਿੰਗ ਦਾ ਆਗੂ ਹਾਂ ਜੀ ਜ਼ਿਲ੍ਹੇ ਦਾ। ਤੇ ਤੁਹਾਡਾ ਜਿਹੜਾ ਕਨਸੈਪਟ ਹੈ ਇਹ ਕੀ ਕਨਸੈਪਟ ਹੈ, ਕਿਸ ਲਈ ਇਹ ਕਰਵਾ ਰਹੇ ਹੋ ਤੁਸੀਂ? ਕਨਸੈਪਟ ਜਿਹੜਾ ਸਾਡਾ ਨਾਟਕ ਦਾ ਅਸੀਂ ਪ੍ਰੋਗਰਾਮ ਰੱਖਿਆ, ਇੱਕ ਨਾਟਕ ਅਸੀਂ ਦੁੱਲਾ ਜਿਹੜੀ ਸਾਡੀ
ਖੇਤੀ ਜਾ ਰਹੀ ਆ। ਜਿੱਦਾਂ ਮਤਲਬ ਪਿਛਲੇ ਲਗਭਗ 107 ਦਿਨਾਂ ਤੋਂ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ, ਚਾਹੇ ਉਹ ਸਿੰਘੂ ਬਾਰਡਰ ਹੋਵੇ ਚਾਹੇ ਟਿਕਰੀ ਬਾਰਡਰ ਹੋਵੇ, ਉੱਥੇ ਪੂਰਾ ਪੰਜਾਬ ਲਗਭਗ ਉੱਥੇ 107 ਦਿਨ ਹੋ ਗਏ ਬੈਠੇ ਨੂੰ। ਹੁਣ ਅਸੀਂ ਚਾਹੁੰਦੇ ਹਾਂ ਵੀ ਉਹ ਅਸੀਂ ਜੰਗ ਜਿੱਤੇ ਤੋਂ ਬਿਨਾਂ ਤਾਂ ਘਰ ਵਾਪਸ ਨਹੀਂ ਮੁੜਾਂਗੇ। ਅਸੀਂ ਇਹ ਜਿਹੜਾ ਨਾਟਕ ਕਰਾਉਣ ਲੱਗੇ ਆ, ਇਹ ਨਾਟਕ ਅਸੀਂ ਉੱਥੇ ਵੀ ਸਿੰਘੂ ਬਾਰਡਰ ਤੇ ਜਦੋਂ ਨਾਟਕ ਹੁੰਦੇ ਸੀ ਤਾਂ ਅਸੀਂ ਦੇਖਦੇ ਸੀ, ਸਾਡੇ ਮਨ 'ਚ ਬੜਾ ਹੁੰਦਾ ਸੀ ਵੀ ਅਸੀਂ ਵੀ ਆਪਣੇ ਪਿੰਡ 'ਚ ਇੱਦਾਂ ਦਾ ਕੋਈ ਨਾਟਕ ਕਰਵਾਵਾਂਗੇ ਜਿਹਨਾਂ ਨੌਜਵਾਨਾਂ ਦੇ ਮਨ 'ਚ, ਜਾਂ ਜਿਹੜੀਆਂ ਬਜ਼ੁਰਗ ਬੀਬੀਆਂ ਜਾਂ ਬਜ਼ੁਰਗ ਸਾਡੇ ਉਹ ਪਿੰਡਾਂ 'ਚ ਰਹਿ ਗਏ ਨੇ, ਉਹ ਦੇਖ ਨਹੀਂ ਸਕੇ। ਅਸੀਂ ਚਾਹੁੰਦੇ ਹਾਂ ਉਹ ਵੀ ਆ ਕੇ ਮਤਲਬ ਉਹ ਪਿੰਡ ਵਿੱਚ ਹੀ ਇਸ ਚੀਜ਼ ਦਾ ਆਨੰਦ ਮਾਣਨ। ਇੱਕ ਜਿਹੜਾ ਦੁੱਲਾ ਨਾਟਕ ਆ ਉਹ ਬਿਲਕੁਲ ਜਿਹੜਾ ਹੈਗਾ ਆ ਕਿਸਾਨੀ ਘੋਲ ਨੂੰ ਸਮਰਪਿਤ ਆ। ਜਿੱਦਾਂ ਸਾਡੀ ਜ਼ਮੀਨ ਜਾਊਗੀ, ਜਿੱਦਾਂ ਕੋਆਪਰੇਟ ਘਰਾਣੇ ਆ ਕੇ ਸਾਡੀ ਜ਼ਮੀਨ ਤੇ ਕਾਬਜ਼ ਹੋਣਗੇ, ਉਹ ਸਾਰਾ ਦ੍ਰਿਸ਼ ਇੱਥੇ ਤੁਹਾਨੂੰ ਅੱਧੇ ਜਾਂ 1 ਘੰਟੇ ਦੇ ਵਿੱਚ ਉਹ ਸਾਰਾ ਦ੍ਰਿਸ਼ ਦਿਖਾਇਆ ਜਾਊਗਾ। ਉਸ ਤੋਂ ਬਾਅਦ ਜਿਹੜਾ ਇੱਕ ਨਾਟਕ ਆ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਜਿਹੜਾ ਦਿਵਸ ਆ ਰਿਹਾ 23 ਮਾਰਚ ਨੂੰ, ਉਹਦੇ ਸੰਬੰਧ ਵਿੱਚ ਅਸੀਂ ਇੱਕ ਨਾਟਕ ਉਹ ਪਲੇ ਕਰਾਂਗੇ, ਕਿਉਂਕਿ ਨੌਜਵਾਨ ਸੀ ਉਹ, ਜਿਹੜਾ ਸਾਡਾ ਆਗੂ ਸੀ, ਜਿਹੜਾ ਸਾਡਾ ਸੂਰਮਾ ਸੀ। 23 ਸਾਲਾਂ ਦੀ ਉਮਰ ਵਿੱਚ ਇਹਨੇ ਸ਼ਹੀਦੀ ਦੇ ਦਿੱਤੀ ਸੀ। ਦੇਸ਼ ਲਈ ਲੜਦੇ ਨੇ, ਸਾਮਰਾਜਵਾਦ ਨਾਲ ਉਹਦੀ ਲੜਾਈ ਸੀ, ਸਮਾਜਵਾਦ ਸਿਰਜਣਾ ਉਹਦਾ ਕੰਮ ਸੀ। ਉਹ ਜਿਹੜੀ ਲੜਾਈ ਆ ਚੱਲ ਰਹੀ ਸਾਡੀ BJP ਦੀ ਮੋਦੀ ਸਰਕਾਰ ਨਾਲ, ਡਟ ਕੇ ਉਹਦਾ ਮੁਕਾਬਲਾ ਕਰਨ ਲਈ ਅਸੀਂ ਤਿਆਰ ਹਾਂ। ਇਹ ਜਿਹੜੀ ਚੇਤਨਾ ਲੱਗੂਗੀ ਨਾਟਕ ਦੇਖ ਕੇ, ਉਹੀ ਨੌਜਵਾਨਾਂ ਨੂੰ ਉੱਥੇ ਤੱਕ ਦੁਬਾਰਾ ਮੁੜ ਖਿੱਚ ਕੇ ਲੈ ਕੇ ਜਾਵੇਗੀ ਜੀ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅੱਜ ਆਪਾਂ ਆਵਾਜ਼ ਉਠਾ ਰਹੇ ਹਾਂ ਇੱਥੇ ਮੰਚ ਦੇ ਉੱਤੇ, ਇਹ ਆਵਾਜ਼ ਸਰਕਾਰ ਤੱਕ ਪਹੁੰਚੇਗੀ? ਬਿਲਕੁਲ ਜੀ, ਇਹ ਆਵਾਜ਼ ਤਾਂ ਉੱਥੇ ਪਹੁੰਚ ਚੁੱਕੀ ਆ, ਕਿਉਂਕਿ ਉੱਥੇ ਤੁਸੀਂ ਦੇਖਿਆ ਜਿਹੜਾ ਮੰਨ ਲਓ ਅਸੀਂ 107 ਦਿਨ ਹੋ ਗਏ ਪੂਰੇ ਉੱਥੇ ਬੈਠਿਆਂ ਨੂੰ। ਮੋਦੀ ਸਰਕਾਰ ਨੂੰ ਪੂਰਾ ਮੰਨ ਲਓ ਉਹਦੇ ਗਲ 'ਚ ਜਿੱਦਾਂ ਅਸੀਂ ਹੱਡੀ ਬਣ ਕੇ ਹੁਣ ਬੈਠੇ ਹੋਏ ਆ। ਜਿਹੜੀਆਂ ਵੱਡੀਆਂ ਸੰਸਥਾਵਾਂ ਹੈਗੀਆਂ ਜਿੱਦਾਂ WTO ਆ, ਉਹ ਵੱਡੀਆਂ ਸੰਸਥਾਵਾਂ ਦਾ ਉਹਦੀ ਪਿੱਠ ਤੇ ਹੱਥ ਆ, ਪਰ ਜਿਹੜੀ ਜਨਤਾ ਹੁੰਦੀ ਆ, ਆਵਾਮ ਹੁੰਦੀ ਆ, ਲੋਕਤੰਤਰ ਹੁੰਦਾ, ਇਹ ਲੋਕਤੰਤਰ ਹੀ ਵੱਡਾ ਹੁੰਦਾ ਆ। ਇੱਕ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਉਹ ਤੁਹਾਡਾ ਮੀਡੀਆ ਆ। ਜਿੰਨਾ ਚਿਰ ਮੀਡੀਆ ਸਾਡਾ ਸਾਥ ਦੇਵੇਗਾ ਉਨਾ ਚਿਰ ਅਸੀਂ ਪਿੰਡ ਵਾਪਸ ਨਹੀਂ ਆਵਾਂਗੇ, ਤਾਂ ਸਾਡੀ ਲੜਾਈ ਜਿੱਤ ਤੱਕ ਜਾਰੀ ਰਹੂਗੀ। ਜਿੱਤਣਾ ਹੀ ਸਾਡੀ ਜ਼ਿੰਦਗੀ ਦਾ ਮਕਸਦ ਆ, ਕਿਉਂਕਿ ਜੇ ਹੁਣ ਅਸੀਂ ਇਹ ਲੜਾਈ ਨਾ ਜਿੱਤੇ ਤੇ ਮੰਨ ਲਓ ਅਸੀਂ ਆਪਣੀਆਂ ਆਉਣ ਵਾਲੀ ਪੀੜ੍ਹੀ ਨੂੰ ਕੀ ਜਵਾਬ ਦੇਵਾਂਗੇ, ਜਾਂ ਸਾਡੇ ਬੱਚਿਆਂ ਕੋਲ ਆਉਣ ਵਾਲੇ ਸਮੇਂ 'ਚ ਫਿਊਚਰ ਨਹੀਂ ਹੋਣਾ। ਇਸ ਕਰਕੇ ਸਾਡਾ ਜਿੱਤਣਾ ਜਿਹੜਾ ਹੈਗਾ ਜ਼ਰੂਰੀ ਆ। ਆਵਾਜ਼ ਜਿਹੜੀ ਆ ਸਾਡੀ ਮੋਦੀ ਸਰਕਾਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ, ਚਾਹੇ ਉਹ ਜਿਹੜਾ ਥੰਮ ਆ ਮੀਡੀਆ ਕਿਉਂ ਨਾ ਹੋਵੇ। ਤੇ ਭਾਜੀ ਅੱਜ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ ਸ਼ਹੀਦ ਭਗਤ ਸਿੰਘ ਜੀ ਦਾ, ਉਹ ਕਨਸੈਪਟ ਤੁਹਾਡੇ ਮਾਈਂਡ ਵਿੱਚ ਕਿੱਥੋਂ ਆਇਆ? ਉਹ ਕਨਸੈਪਟ ਤਾਂ ਦੇਖੋ ਜੀ, ਉਹ ਨੌਜਵਾਨਾਂ ਦਾ ਆਗੂ ਸੀ, ਉਹ ਸਾਡਾ ਪ੍ਰੇਰਣਾ ਸਰੋਤ ਆ। ਉਹ ਕੁਝ ਜ਼ਿੰਦੜੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਚਲੇ ਜਾਂਦੀਆਂ ਪਰ ਉਹਨਾਂ ਦੇ ਵਿਚਾਰ ਨਹੀਂ ਮਰਦੇ। ਅਸੀਂ ਉਸ ਨੂੰ ਬਿਲਕੁਲ ਸਮਰਪਿਤ ਹਾਂ ਜੀ। ਜੋ ਸਾਡਾ ਉਹ ਨੇਤਾ ਆ, ਜੋ ਸਾਡਾ ਉਹ ਹੀਰੋ ਆ, ਉਹਦੀ ਯਾਦ ਤਾਂ ਸਾਡੇ ਦਿਲਾਂ 'ਚ ਆ। ਮੈਨੂੰ ਇਸ ਵੇਲੇ ਅੱਖਾਂ ਭਰ ਆਈਆਂ ਬਈ ਸਾਡਾ ਉਹ ਪ੍ਰੇਰਣਾ ਸਰੋਤ ਸੀ, ਉਹਦਾ ਅਸੀਂ ਮਨਾ ਰਹੇ ਤੇ ਜਿੱਤ ਕੇ ਹੀ ਘਰ ਨੂੰ ਵਾਪਸ ਆਵਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਭਾਜੀ ਦੀਆਂ ਹੰਝੂ ਆ ਗਏ ਨੇ ਅੱਖਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਕੇ। ਅੱਜ ਜੇ ਉਹ ਹੁੰਦੇ ਤਾਂ ਸ਼ਾਇਦ ਅੱਜ ਆਪਾਂ ਇਸ ਕਤਾਰ ਤੇ ਨਾ ਖੜੇ ਹੁੰਦੇ। ਆ ਹੁਣ ਤੁਹਾਨੂੰ ਮਿਲਾਈਏ ਲੰਬੜਦਾਰ ਸਾਹਿਬ ਨਾਲ, ਦੇਖਦੇ ਹਾਂ ਆਪਾਂ ਉਹਨਾਂ ਦੇ ਵਿਊਜ਼ ਕੀ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਪਰਮਜੀਤ ਸਿੰਘ ਹੈ ਜੀ। ਅੱਛਾ ਜੀ ਸਰ, ਕਿੰਨੇ ਸਾਲਾਂ ਤੋਂ ਲੰਬੜਦਾਰ ਦੀ ਸੇਵਾ ਕਰ ਰਹੇ ਹੋ ਗਿਆ ਜੀ ਆਪਾਂ 10 ਤੋਂ 11 ਸਾਲ ਹੋ ਗਏ ਜੀ। ਅੱਛਾ ਜੀ। ਤੇ ਅੱਜ ਜਿਹੜਾ ਇਹ ਕਨਸੈਪਟ ਆ ਬੱਚਿਆਂ ਨੇ, ਜਵਾਨ ਮੁੰਡਿਆਂ ਨੇ ਕੀਤਾ ਆ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕੀ ਕਰਨਾ, ਕੀ ਕਰਨਗੇ ਇਹ, ਤੇ ਕਿੱਥੇ ਤੱਕ ਇਹ ਆਵਾਜ਼ ਜਾਏਗੀ? ਇਹ ਆਵਾਜ਼ ਜੀ ਮੋਦੀ ਸਰਕਾਰ ਤੱਕ ਜਾਊਗੀ। ਤੁਹਾਨੂੰ ਲੱਗਦਾ ਮੋਦੀ ਸਰਕਾਰ ਤੱਕ ਆਵਾਜ਼ ਜਾਏਗੀ? ਪੂਰੀ ਜਾਊਗੀ ਜੀ। ਹਾਲੇ ਤੱਕ ਤਾਂ ਗਈ ਨਹੀਂ ਹੈਗੀ। 107 ਦਿਨਾਂ 'ਚ ਹੁਣ ਕਿੱਦਾਂ ਜਾਏਗੀ? ਜਾਊਗੀ ਜੀ, ਮੀਡੀਆ ਰਾਹੀਂ ਜਾਊਗੀ। ਸਰ ਫਿਰ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਆਪਾਂ ਨੂੰ ਇਹ ਜਿਹੜੀ ਬਾਗ ਦੌੜ ਹੈ ਇਹ ਨਵੀਂ ਪੀੜ੍ਹੀ ਦੇ ਹੱਥਾਂ ਵਿੱਚ ਦੇ ਦੇਣੀ ਚਾਹੀਦੀ ਹੈ? ਬਿਲਕੁਲ ਦੇ ਦੇਣੀ ਚਾਹੀਦੀ ਹੈ ਜੀ। ਹਾਂਜੀ ਠੀਕ ਹੈ। ਤੇ ਹੋਰ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਬਾਰੇ ਵਿੱਚ, ਜਾਂ ਜਿਹੜੇ ਵੀਰ ਜੀ ਹੁਣੀ ਤੁਸੀਂ ਦੇਖਿਆ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਅੱਖਾਂ ਵਿੱਚ ਹੰਝੂ ਲਏ ਨੇ, ਤੁਸੀਂ ਉਹਨਾਂ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਨਾਲ ਚਰਖਿਆਂ ਦੇਸ਼ ਨਹੀਂ ਆਜ਼ਾਦ ਹੋਇਆ, ਨਾਲ ਚਰਖਿਆਂ ਦੇਸ਼ ਨਹੀਂ ਆਜ਼ਾਦ ਹੋਇਆ। ਐਵੇਂ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬਣਾਈ ਫਿਰਦੇ। ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ। ਫੋਟੋ ਜਿਨ੍ਹਾਂ ਦੀ ਨੋਟ 'ਤੇ ਛਪਾਈ ਫਿਰਦੇ। ਖੂਨ ਡੋਲ ਕੇ ਜਿਨ੍ਹਾਂ ਲਈ ਆਜ਼ਾਦੀ, ਖੂਨ ਡੋਲ ਕੇ ਲਈ ਜਿਨ੍ਹਾਂ ਆਜ਼ਾਦੀ ਕੁਰਬਾਨੀ, ਉਹਨਾਂ ਦੀ ਅੱਜ ਦਿਲੋਂ ਭੁਲਾਈ ਫਿਰਦੇ। ਭੁੱਲ ਗਏ ਸਾਰੇ ਸਰਦਾਰ ਭਗਤ ਸਿੰਘ ਸੂਰਮੇ ਨੂੰ। ਐਵੇਂ ਲੋਕ ਗਾਂਧੀ ਵਰਗਿਆਂ ਨੂੰ ਬਾਪੂ ਬਣਾਈ ਫਿਰਦੇ। ਵੈਰੀ ਗੁੱਡ, ਵੈਰੀ ਗੁੱਡ।
ਜਿਵੇਂ ਕਿ ਤੁਸੀਂ ਹੁਣੀ ਨੰਬਰਦਾਰ ਸਾਹਿਬ ਦੇ ਵਿਚਾਰ ਸੁਣੇ ਨੇ ਭਗਤ ਸ਼ਹੀਦ ਸਿੰਘ ਨੂੰ ਲੈ ਕੇ ਔਰ ਜੋ ਕਿਸਾਨੀ ਮੋਰਚਾ ਚੱਲਦਾ, ਆਓ ਤੁਹਾਨੂੰ ਮਿਲਾਈਏ ਇੱਕ ਹੋਰ ਵੀਰ ਜੀ ਦੇ ਨਾਲ ਜਿਹੜੇ ਇਸ ਮੋਰਚੇ ਦੇ ਮੈਂਬਰ ਨੇ, ਆਗੂ ਨੇ। ਆਓ ਮਿਲਾਈਏ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੈਂ ਜੀ ਬੂਟਾ ਸਿੰਘ ਸ਼ਾਦੀਪੁਰ, ਕਿਰਤੀ ਕਿਸਾਨ ਯੂਨੀਅਨ ਵੱਲੋਂ ਯੂਥ ਵਿੰਗ ਦਾ ਮੈਂ ਜ਼ਿਲ੍ਹੇ ਦਾ ਮੀਤ ਪ੍ਰਧਾਨ ਹਾਂ ਜੀ। ਠੀਕ ਹੈ ਜੀ ਭਾਜੀ, ਤੁਹਾਡਾ ਅੱਜ ਜਿਹੜਾ ਇਹ ਕਨਸੈਪਟ ਹੈ ਸ਼ਹੀਦ ਭਗਤ ਸਿੰਘ ਜੀ ਨੂੰ ਲੈ ਕੇ ਔਰ ਕਿਸਾਨੀ ਮੋਰਚੇ ਨੂੰ ਲੈ ਕੇ, ਕੀ ਸੋਚ ਕੇ ਤੁਸੀਂ ਇਸ ਕਨਸੈਪਟ ਨੂੰ ਅੱਗੇ ਲਿਆਏ ਹੋ? ਇਹ ਜੀ ਜਿਹੜਾ ਅਸੀਂ ਅੱਜ ਉਪਰਾਲਾ ਕੀਤਾ ਆ, ਔਰ ਇਹ ਸਾਡੀ ਇਹ ਸੋਚ ਕੇ ਕੀਤਾ ਕਿ ਇਹ ਜਿਹੜਾ ਆਪਣਾ ਸੰਘਰਸ਼ ਚੱਲਦਾ ਇਹਦਾ ਜਿਹੜੇ ਹਿਸਾਬ ਨਾਲ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਸੀ ਉਸ ਹਿਸਾਬ ਨਾਲ ਇਹ ਪ੍ਰਚਾਰ ਹੋਇਆ ਨਹੀਂ ਸਾਡੇ ਕੋਲੋਂ, ਕਿਉਂਕਿ ਸਾਡੇ ਕੋਲ ਸਾਧਨ ਬਹੁਤ ਘੱਟ ਆ ਔਰ ਸਰਕਾਰ ਦੇ ਕੋਲ ਸਾਧਨ ਬਹੁਤ ਜ਼ਿਆਦਾ ਆ। ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਔਰ ਲੜਾਈ ਲੜਦੇ ਹਾਂ, ਆਪਾਂ ਨੂੰ ਦੁਸ਼ਮਣ ਦੀ ਤਾਕਤ ਦਾ ਜਾਇਜ਼ਾ ਲੈਣਾ ਪੈਂਦਾ ਕਿ ਉਹ ਕਿੰਨਾ ਕੁ ਤਾਕਤਵਰ ਆ। ਔਰ ਸਾਡਾ ਜਿਹਦੇ ਨਾਲ ਲੜਾਈ ਆ ਸਾਡੀ ਸੈਂਟਰ ਗਵਰਨਮੈਂਟ ਨਾਲ, ਉਹ ਇੱਕ ਬਹੁਤ ਹੀ ਪਾਵਰਫੁਲ ਮਤਲਬ ਧਿਰਿਆ। ਔਰ ਸਾਡੇ ਕੋਲ ਇੰਨੇ ਸਾਧਨ ਹੈ ਨਹੀਂ ਕਿ ਅਸੀਂ ਆਪਣੀ ਗੱਲ ਘਰ ਘਰ ਪਹੁੰਚਾ ਸਕੀਏ। ਸੋ ਇਸ ਕਰਕੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ, ਨੌਜਵਾਨਾਂ ਨੂੰ ਇਹ ਦੱਸ ਸਕੀਏ ਕਿ ਇਹ ਜਿਹੜੀ ਆਪਾਂ ਲੜਾਈ ਲੜਦੇ ਹਾਂ, ਇਸ ਲੜਾਈ ਦਾ ਮਕਸਦ ਕੀ ਆ ਔਰ ਇਹਦਾ ਸਾਨੂੰ ਨਫਾ ਕੀ ਆ ਔਰ ਨੁਕਸਾਨ ਕੀ ਆ। ਉਹ ਅਸੀਂ ਇਹ ਇੱਕ ਨਾਟਕ ਦੇ ਰੂਪ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਕੀ ਹੋ ਰਿਹਾ ਔਰ ਕਿਉਂ ਅਸੀਂ ਇਹ ਲੜਾਈ ਲੜਦੇ ਹਾਂ। ਅਸੀਂ ਲੜਾਈ ਜਿਹੜੀ ਹੈ ਸਾਡੀ ਉਹੋ ਹੀ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਜਿਹੜੀ ਸੋਚ ਆ, ਉਹੋ ਹੀ ਸਾਡੀ ਲੜਾਈ ਆ ਕਿ ਹਰ ਘਰ ਚੁੱਲ੍ਹਾ ਬਲੇ ਔਰ ਹਰ ਘਰ ਦੇ ਵਿੱਚ ਖੁਸ਼ੀਆਂ ਹੋਣ। ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੀ ਇਹ ਜਿਹੜੀ ਜ਼ਿੰਦਗੀ ਆ ਔਰ ਇਹਨੂੰ ਆਪਣੇ ਢੰਗ ਤਰੀਕਿਆਂ ਦੇ ਨਾਲ ਜੀਣ ਜਿੱਦਾਂ ਉਹ ਜੀਣਾ ਚਾਹੁੰਦੇ ਆ, ਨਾ ਕਿ ਉਹਨਾਂ ਨੂੰ ਤੁਸੀਂ ਦੱਸੋ ਕਿ ਤੁਸੀਂ ਰੋਟੀ ਕਿੰਨੇ ਵਜੇ ਖਾਣੀ ਆ ਔਰ ਕਿੰਨੇ ਤੋਂ ਕਿੰਨੇ ਵਜੇ ਤਾਈਂ ਕੰਮ ਕਰਨਾ। ਔਰ ਇਹ ਜੋ ਸਾਨੂੰ ਮਤਲਬ ਗਲਤ ਭੁਲੇਖਿਆਂ ਦੇ ਨਾਲ, ਗਲਤ ਚਾਲਾਂ ਦੇ ਨਾਲ ਸਾਨੂੰ ਮੂਰਖ ਬਣਾਉਂਦੇ ਆ। ਇਹ ਸਾਨੂੰ ਕਹਿੰਦੇ ਆ ਕਿ ਕਿਸਾਨਾਂ ਦੇ ਇਹ ਜਿਹੜੇ ਬਿੱਲ ਆ ਇਹ ਕਿਸਾਨਾਂ ਦੇ ਫਾਇਦੇ ਵਿੱਚ ਆ, ਕਿਉਂਕਿ ਇਹਦੇ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ ਆ। ਅਸੀਂ ਇਹ ਹੀ ਪੁੱਛਦੇ ਹਾਂ ਕਿ ਸਾਨੂੰ ਇਹ ਦੱਸ ਦਿਓ ਕਿ ਇਹ ਆਮਦਨ ਦੁੱਗਣੀ ਹੋਣੀ ਕਿੱਦਾਂ? ਜਾਂ ਤਾਂ ਸਾਡੀ ਜ਼ਮੀਨ ਡਬਲ ਹੋ ਗਈ ਆ, ਜਾਂ ਤੁਸੀਂ ਸਾਡੀਆਂ ਫਸਲਾਂ ਦੇ ਰੇਟ ਡਬਲ ਕਰ ਦਿੱਤੇ ਆ। ਜੇ ਕੀਤੇ ਆ ਤਾਂ ਉਹ ਕਿੱਥੇ ਕੀਤੇ ਆ ਸਾਨੂੰ ਵੀ ਦੱਸੋ, ਔਰ ਜੇ ਨਹੀਂ ਕੀਤੇ ਤਾਂ ਫਿਰ ਇਹ ਆਮਦਨ ਡਬਲ ਕਿੱਦਾਂ ਹੋਣੀ ਆ, ਸਾਨੂੰ ਉਹਦੇ ਬਾਰੇ ਵੀ ਸਮਝਾ ਦਿਓ। ਜੇ ਡਬਲ ਹੁੰਦੀ ਆ ਤਾਂ ਅਸੀਂ ਚੁੱਪ ਕਰ ਜਾਂਦੇ ਆ, ਔਰ ਸਾਨੂੰ ਦੱਸੋ ਤਾਂ ਸਹੀ। ਔਰ ਦੂਜੀ ਗੱਲ ਆ, ਖਾਦ ਦਾ ਰੇਟ ਵਧੀ ਜਾਂਦਾ, ਡੀਜ਼ਲ ਪੈਟਰੋਲ ਤੁਸੀਂ ਦੇਖੋ ਕਿਹੜੇ ਅਸਮਾਨਾਂ ਨੂੰ ਛੂਹਣ ਲੱਗ ਪਿਆ। ਔਰ ਹਰ ਲੇਬਰ ਉਹ ਮਹਿੰਗੀ ਹੋ ਗਈ ਆ, ਹਰ ਚੀਜ਼ ਮਹਿੰਗਾਈ ਹੋ ਰਹੀ ਆ ਔਰ ਫਸਲਾਂ ਦੇ ਰੇਟ ਵੱਧ ਨਹੀਂ ਰਹੇ। ਤੁਸੀਂ ਦੱਸੋ ਕਿ ਇਹ ਸਾਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ? ਸੋ ਇਹ ਅਸੀਂ ਸਰਕਾਰ ਨੂੰ ਪੁੱਛਦੇ ਹਾਂ। ਔਰ ਜੇ ਨਹੀਂ ਤਾਂ ਫਿਰ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਸਾਡੇ ਤੇ ਪਾਬੰਦੀਆਂ ਕਿਉਂ? ਸਾਡੀ ਜ਼ਮੀਨ ਖੋਹਣ ਦੀਆਂ ਤੁਸੀਂ ਤਿਆਰੀਆਂ ਕਰੀ ਬੈਠੇ ਆ। ਔਰ ਜਿਹੜਾ ਹੁਣ ਕੈਪਟਨ ਸਾਹਿਬ ਨੇ ਇੱਥੇ ਵਿੱਚ ਵਿਚਾਲੇ ਇਹਨੇ ਇੱਕ ਹੋਰ ਸਾਡੇ ਤੇ ਜ਼ੁਲਮ ਢਾਤਾ ਕਿ ਤੁਸੀਂ ਆਪਣਾ ਬਾਇਓਡਾਟਾ ਦਿਓ ਆੜ੍ਹਤੀਆਂ ਨੂੰ, ਔਰ ਅਸੀਂ ਇੱਕ ਪਾਸੇ ਅਸੀਂ ਕੰਮ ਕਰੀਏ ਔਰ ਅਸੀਂ ਮਿਹਨਤ ਕਰਕੇ, ਦਿਨ ਰਾਤ ਮਿਹਨਤ ਕਰਕੇ ਅਸੀਂ ਇਹ ਫਸਲ ਅਨਾਜ ਪੈਦਾ ਕਰਦੇ ਹਾਂ ਕਿ ਲੋਕਾਂ ਦਾ ਢਿੱਡ ਭਰੀਏ। ਔਰ ਤੁਸੀਂ ਸਾਡੇ ਤੇ ਪਾਬੰਦੀਆਂ ਲਾਉਂਦੇ ਆ ਕਿ ਸਾਨੂੰ ਜਲੀਲ ਕਰਦੇ ਆ, ਟੌਰਚਰ ਕਰਦੇ ਆ ਕਿ ਪਹਿਲਾਂ ਸਾਨੂੰ ਆਪਣਾ ਬਾਇਓਡਾਟਾ ਦਿਓ ਔਰ ਫਿਰ ਅਸੀਂ ਤੁਹਾਨੂੰ ਆੜ੍ਹਤੀਆਂ ਦੇ ਥਰੂ ਨਹੀਂ, ਅਸੀਂ ਪੈਸੇ ਭੇਜਾਂਗੇ ਜਦੋਂ ਸਾਡਾ ਦਿਲ ਕਰੂ ਡਾਇਰੈਕਟਲੀ। ਔਰ ਜਿਹੜੀ ਜ਼ਮੀਨ ਅਸੀਂ ਬਲੈਤੀਆਂ ਦੀ ਵਾਹੁੰਦੇ ਆ, ਅਸੀਂ ਉਹਦਾ ਠੇਕਾ ਦਿੰਦੇ ਆ, ਉਹਨਾਂ ਦੇ ਪੈਸੇ ਸਾਨੂੰ ਕਿੱਦਾਂ ਮਿਲਣਗੇ? ਇਹਨਾਂ ਦੀ ਇੱਕ ਬਹੁਤ ਡੂੰਘੀ ਸਾਜ਼ਿਸ਼ ਆ ਔਰ ਇਹ ਮਾਰੂ ਨੀਤੀਆਂ ਆ, ਲੋਕ ਮਾਰੂ ਨੀਤੀਆਂ ਆ। ਕਿਉਂਕਿ ਇਹਨਾਂ ਨੇ ਇਹ ਚਾਲ ਚੱਲੀ ਆ ਕਿ ਇਸ ਤਰੀਕੇ ਦੇ ਨਾਲ ਅਸੀਂ ਬਾਇਓਡਾਟਾ ਲਵਾਂਗੇ ਔਰ ਜਿਹੜੇ ਬਲੈਤੀਏ ਆ ਉਹ ਸਾਨੂੰ ਮੁਖਤਿਆਰਨਾਮਾ ਦੇਣ ਤੋਂ ਘਬਰਾਉਣਗੇ ਕਿ ਕਿਤੇ ਸਾਡੀ ਜ਼ਮੀਨ ਦੇ ਨਾਲ ਛੇੜਛਾੜ ਨਾ ਹੋ ਜਾਵੇ। ਔਰ ਇਸ ਕਰਕੇ ਉਹ ਸਿੱਧੇ ਪੈਸੇ ਲੈਣਗੇ, ਫਿਰ ਸਾਨੂੰ ਉਹ 1 ਸਾਲ ਦਾ ਸਾਡਾ ਫਾਲਾ ਪਹਿਲਾਂ ਕੱਟਣਗੇ ਕਿ ਕੋਈ ਨਹੀਂ ਮੈਨੂੰ ਆ ਗਏ, ਅਗਲੇ ਸਾਲ ਤੂੰ ਨਾ ਦੇਈ। ਇਸ ਕਰਕੇ ਸਾਡੇ ਵਿੱਚ ਸਾਨੂੰ ਇੱਕ ਕਿਸਮ ਦਾ ਇਹ ਪਾੜ ਰਹੇ ਆ, ਟੋਟਿਆਂ ਵਿੱਚ ਕਰ ਰਹੇ ਆ ਕਿ ਆੜ੍ਹਤੀਏ ਸਾਡੇ ਨਾਲੋਂ ਟੁੱਟ ਜਾਣਗੇ। ਜਿਹੜੇ ਸਾਡੇ ਨਾਲ ਜੁੜੇ ਹੋ, ਸਾਡਾ 9 ਮਾਸ ਦਾ ਰਿਸ਼ਤਾ, ਸਾਡਾ ਇੱਕ ਭਾਈਚਾਰਕ ਸਾਂਝ ਆ, ਇਹ ਉਹਨਾਂ ਨੂੰ ਸਾਡੇ ਤੋਂ ਵੱਖ ਕਰਨਗੇ ਕਿ ਤੁਸੀਂ ਵਿਚੋਲੀਏ ਆ। ਔਰ ਜਿਹੜੇ ਸਾਡੇ NRI ਵੀਰ ਆ ਉਹਨਾਂ ਨੂੰ ਇਹ ਸਾਡੇ ਨਾਲ ਤੋੜਨਗੇ, ਕਿਉਂਕਿ ਉਹ ਸਾਨੂੰ ਕੁਛ ਨਾ ਕੁਛ ਸਾਡੀ ਮਦਦ ਕਰਦੇ ਆ ਇਸ ਸੰਘਰਸ਼ ਦੇ ਵਿੱਚ ਵੀ। ਔਰ ਇਹ ਸਾਡੇ ਮਨਾਂ ਦੇ ਵਿੱਚ ਇਸ ਤਰੀਕੇ ਨਾਲ ਫਿੱਕ ਪਾ ਕੇ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਰਹੇ ਆ। ਔਰ ਜਿਹੜੀਆਂ ਜ਼ਮੀਨਾਂ ਆ ਉਹ ਜ਼ਮੀਨਾਂ ਜਦੋਂ ਜਿਹੜੇ ਹਿਸਾਬ ਨਾਲ ਹੁਣ ਇਹ ਬਾਇਓਡਾਟਾ ਲੈਣ ਲੱਗ ਪਏ ਔਰ ਇਦੋਂ ਸਾਲ ਕੁ ਬਾਅਦ ਇਹ ਇੱਕ ਹੋਰ ਚਾਲ ਚੱਲਣਗੇ ਸਾਡੇ ਨਾਲ। ਜਿਹੜੇ ਕੰਪਨੀਆਂ ਵਾਲੇ ਆ ਉਹ ਆ ਕੇ ਸਾਡੇ ਨਾਲ ਕੰਟਰੈਕਟਿੰਗ ਫਾਰਮਿੰਗ ਕਰਨਗੇ
ਔਰ ਉਹ ਜ਼ਮੀਨ ਦਾ ਫਿਰ ਰੇਟ ਰੱਖਣਗੇ 50,000 ਰੁਪਈਆ ਤੁਹਾਨੂੰ ਅਸੀਂ ਪਰ ਏਕੜ ਦਿੰਦੇ ਆ। ਤਾਂ ਤੁਸੀਂ ਦੱਸੋ, ਇੱਕ ਪਾਸੇ ਅਸੀਂ 30,000 ਆਫਰ ਕਰਾਂਗੇ, ਦੂਜੇ ਪਾਸੇ 50,000 ਮਿਲਦਾ, ਔਰ ਉਹ ਵੀ 5 ਸਾਲ ਦੇ ਤੁਹਾਨੂੰ ਉਹ ਪੈਸੇ ਪਹਿਲਾਂ ਦਿੰਦੇ ਆ, ਔਰ 30 ਸਾਲ ਲਈ ਉਹ ਲਿਖ ਲਿਖਾ ਕਰਦੇ ਆ ਕਿ 30 ਸਾਲ ਦੇ ਸਾਨੂੰ ਜ਼ਮੀਨ ਦੇ ਦਿਓ, ਕਿਉਂਕਿ ਉਹਨਾਂ ਨੂੰ ਪਤਾ 30 ਸਾਲਾਂ ਬਾਅਦ ਜਿਹੜੇ ਬਲੈਤੀਆਂ ਦੇ ਬੱਚੇ ਆ ਉਹਨਾਂ ਨੇ ਵਾਪਸ ਆ ਕੇ ਇਹ ਜ਼ਮੀਨ ਨਹੀਂ ਛਡਾਉਣੀ, ਤਾਂ ਇਹ ਜ਼ਮੀਨ ਵੱਡੇ ਘਰਾਣਿਆਂ ਦੀ ਹੋ ਜਾਣੀ ਆ। ਔਰ ਜਿਹੜੇ ਅਸੀਂ ਇੱਥੇ ਆ ਪਿੱਛੇ ਕਮਾ ਕੇ ਖਾਣ ਵਾਲੇ ਰੋਟੀ, ਉਹਨਾਂ ਨੂੰ ਜਦ ਜ਼ਮੀਨ ਉਹਨਾਂ ਦੇ ਕੋਲ ਨਹੀਂ ਰਹਿਣੀ, ਔਰ ਉਹ ਫਿਰ ਬਲੈਤੀਆਂ ਦੇ ਨਾਲ ਕਿਉਂ ਮਿਲਣ ਵਰਤਣਗੇ। ਇਸ ਕਰਕੇ ਇਹ ਜਿਹੜੀ ਜ਼ਮੀਨ ਆ, ਜਦੋਂ ਸਾਡੀ ਜ਼ਮੀਨ ਚੱਲ ਗਈ ਤਾਂ ਜਿਹੜੀ ਅਸੀਂ ਰੋਜ਼ ਪਿੱਟ ਦਿਆਂਗੇ, ਇਹ ਜਿਹੜੇ ਸਾਡੇ ਟਰੈਕਟਰ ਆ ਪੁੱਤਾਂਗ ਸ਼ਿੰਗਾਰਿਓ ਆ, ਵੱਡੇ ਵੱਡੇ ਸ਼ੌਂਕ ਪਾਲੇ ਆ, ਇਹ ਸਾਰਾ ਸਮਾਨ ਸਾਡਾ 30 ਰੁਪਏ ਕਿਲੋ ਦੇ ਹਿਸਾਬ ਨਾਲ ਕੁਆੜੀਏ ਲਿਜਾਣਗੇ, ਕਿਉਂਕਿ ਅਸੀਂ ਜਦ ਸਾਡੇ ਕੋਲ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਟਰੈਕਟਰ ਚਲਾਉਣੇ ਕਿੱਥੇ ਆ। ਹਾਂਜੀ ਭਾਈ, ਜਿੱਦਾਂ 2022 ਦੇ ਵਿੱਚ ਸਰਕਾਰ ਬਦਲ ਰਹੀ ਆ, ਔਰ ਜਿਹੜੀ ਹੁਣ ਆਲਰੇਡੀ ਸਰਕਾਰ ਚੱਲ ਰਹੀ ਹੈ, ਇਹ ਸੱਤਾ ਦੇ ਵਿੱਚ ਬਹੁਤ ਮਜ਼ਬੂਤ ਸਰਕਾਰ ਆ। ਤੁਹਾਨੂੰ ਲੱਗਦਾ ਕਿ ਆਪਾਂ ਉਹ ਸਰਕਾਰ ਦੇ ਨਾਲ ਲੜਨ ਲਈ ਤਿਆਰ ਆ? ਬਿਲਕੁਲ ਲੜਨ ਦੇ ਲਈ ਤਿਆਰ ਆ, ਔਰ ਲੜ ਵੀ ਰਹੇ ਆ। ਦੇਖੋ, ਸਰਕਾਰ ਜਿਹੜੀ ਮਰਜ਼ੀ ਹੋਵੇ, ਗੱਲ ਸਰਕਾਰ ਦੀ ਨਹੀਂ, ਗੱਲ ਇਹ ਆ ਸਾਨੂੰ ਇਹ ਨਹੀਂ ਕਿ ਅਸੀਂ ਇੱਕ ਪਾਰਟੀ ਨੂੰ ਹਰਾਤਾ, ਦੂਜੀ ਨੂੰ ਜਿਤਾਤਾ, ਦੂਜੀ ਨੂੰ ਹਰਾਤਾ, ਤੀਜੀ ਨੂੰ ਜਿਤਾਤਾ। ਅਸੀਂ ਵੋਟਾਂ ਪਾਉਣੀਆਂ, ਇਹ ਸਾਡੇ ਹੱਥ ਵਸ ਆ, ਔਰ ਸਾਨੂੰ ਚਿਹਰਿਆਂ ਦਾ ਕੋਈ ਫਰਕ ਨਹੀਂ ਪੈਂਦਾ ਕਿ ਕਿਹੜਾ ਚਿਹਰਾ ਆ। ਸਾਨੂੰ ਇਹ ਸੋਚਣਾ ਪੈਣਾ ਕਿ ਸੋਚ ਕਿਹਦੀ ਵਧੀਆ ਆ, ਔਰ ਸਾਨੂੰ ਇਹ ਇਕੱਲੇ ਚਿਹਰੇ ਨਹੀਂ, ਨਾਲ ਸਾਨੂੰ ਸੋਚ ਬਦਲਣੀ ਪੈਣੀ ਆ, ਸਿਸਟਮ ਬਦਲਣਾ ਪੈਣਾ। ਕਿਉਂਕਿ ਜਦੋਂ ਗੋਰੇ ਰਾਜ ਕਰਦੇ ਸੀ ਔਰ ਉਹਨਾਂ ਨੇ ਜਿਹੜੇ ਕਾਇਦੇ ਕਾਨੂੰਨ ਬਣਾਏ ਸੀ, ਅੱਜ ਵੀ ਉਹੋ ਹੀ ਚੱਲਦੇ ਆ, ਉਹੋ ਹੀ ਸਿਸਟਮ ਚੱਲਦਾ। ਬਸ ਕੀ ਬਦਲਿਆ ਸੀ, ਇੱਕ ਚਿਹਰੇ ਮੋਹਰੇ ਬਦਲੇ ਸੀ, ਇੱਕ ਸੋਚ ਬਦਲੀ ਸੀ। ਹੁਣ ਸਾਨੂੰ ਕੀ ਕਰਨ ਦੀ ਲੋੜ ਆ? ਸਾਨੂੰ ਸਿਰਫ ਤੇ ਸਿਰਫ ਇੱਕ ਲੋਕਾਂ ਨੂੰ ਜਾਗਰੂਕ ਕਰਕੇ, ਲਾਮਬੰਦ ਕਰਕੇ, ਇਹ ਜਿਹੜਾ ਵੀ ਸਰਕਾਰ ਬਣਨੀ ਆ, ਉਹ ਸਰਕਾਰ ਲੋਕਾਂ ਦੀ ਮਰਜ਼ੀ ਦੀ ਬਣੇ, ਔਰ ਜੋ ਲੋਕ ਚਾਹੁੰਦੇ ਆ ਉਹ ਕੰਮ ਹੋਵੇ, ਔਰ ਬੰਦਾ ਉੱਥੇ ਚਾਹੇ ਉਹ ਕੋਈ ਵੀ ਹੋਵੇ। ਕਿਉਂਕਿ ਹੁਣ ਜਿੰਨੀਆਂ ਕਿਸਾਨ ਜਥੇਬੰਦੀਆਂ ਆ, ਔਰ ਉਹ ਬੜੇ ਸੁਚੱਜੇ ਤਰੀਕੇ ਦੇ ਨਾਲ ਸਾਡੇ ਲੀਡਰ ਸਾਨੂੰ ਅਗਵਾਈ ਦੇ ਰਹੇ ਆ, ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਹਰ ਕੰਮ ਕਰਦੇ ਆ, ਔਰ ਬੜੇ ਭਰੋਸੇ ਨਾਲ ਅਸੀਂ ਬੈਠੇ ਆ ਉਹਨਾਂ ਦੇ ਯਕੀਨ ਤੇ। ਔਰ ਉਹਨਾਂ ਦੇ ਵਿੱਚੋਂ ਉਹ ਸਾਡੇ ਲੀਡਰ ਜਿਹੜੇ ਸਾਨੂੰ ਸਰਕਾਰ ਨੂੰ ਇਸ ਟਾਈਮ ਸਰਕਾਰ ਨਾਲ ਮੱਥਾ ਲਾ ਕੇ ਬੈਠੇ ਗੱਲਬਾਤ ਕਰਦੇ, ਉਹ ਹਰ ਗੱਲ ਦਾ ਉਹਨਾਂ ਨੂੰ ਜਵਾਬ ਦਿੰਦੇ। ਉਹ ਬੜੇ ਸੁਲਝੇ ਹੋਏ ਪੜ੍ਹੇ ਲਿਖੇ ਇਨਸਾਨ ਆ। ਜੇ ਇਹ ਪਬਲਿਕ ਦੀ ਜਦੋਂ ਪਬਲਿਕ ਉੱਠ ਖੜੀ ਤਾਂ ਇਹ ਆਪ ਡਿਸਾਈਡ ਕਰਨਗੇ ਕਿ ਕਿਹੜਾ ਬੰਦਾ ਸਾਨੂੰ ਵਧੀਆ ਅਗਵਾਈ ਦਿੱਤਾ। ਜਦ ਇਹਨਾਂ ਨੂੰ ਲੱਗੂਗਾ ਕਿ ਸਾਡੇ ਜਿਹੜੇ ਕਿਸਾਨ ਲੀਡਰ ਆ, ਇਹ ਸਾਨੂੰ ਵਧੀਆ ਅਗਵਾਈ ਦਿੰਦੇ ਆ ਔਰ ਇਹ ਵਧੀਆ ਤਰੀਕੇ ਦੇ ਨਾਲ ਸਰਕਾਰ ਚਲਾ ਸਕਦੇ ਆ, ਤਾਂ ਇਹ ਲੋਕ ਆਵਾਮ ਸਾਡੀ ਆਪ ਚੁਣੂਗੀ ਵੀ ਕਿਹਨੂੰ ਅਸੀਂ ਬਣਾਉਣਾ। ਫਿਰ ਕਿਸਾਨਾਂ ਦੀ ਸਰਕਾਰ ਬਣੂਗੀ ਜਦ ਇਹਨਾਂ ਨੂੰ ਪਤਾ ਲੱਗ ਗਿਆ, ਇਹਨਾਂ ਦਾ ਵਿਸ਼ਵਾਸ ਬਣ ਗਿਆ, ਯਕੀਨ ਬਣ ਗਿਆ ਕਿ ਕੌਣ ਸਾਡੇ ਲਈ ਸਹੀ ਆ ਔਰ ਕੌਣ ਗਲਤ ਆ। ਫਿਰ ਸਰਕਾਰ ਬਦਲੂਗੀ, ਫਿਰ ਸਿਸਟਮ ਬਦਲੂਗਾ, ਸੋਚ ਬਦਲੂਗੀ। ਇਸ ਸੰਘਰਸ਼ ਦੇ ਵਿੱਚੋਂ ਸਾਨੂੰ ਜਿਹੜੀ ਅਗਲੀ ਆਉਣ ਵਾਲੀ ਰਣਨੀਤੀ ਆ ਜਾਂ ਜੋ ਵੀ ਆ, ਉਹ ਬਿਲਕੁਲ ਨਵੀਂ ਦਿਸ਼ਾ ਵਿੱਚ ਲੈ ਕੇ ਜਾਊਗੀ ਔਰ ਬਹੁਤ ਵਧੀਆ ਨਤੀਜੇ ਨਿਕਲਣਗੇ ਇਸ ਸੰਘਰਸ਼ ਦੇ। ਇੱਕ ਤਾਂ ਸਾਡੀ ਜਿੱਤ ਆਲਰੇਡੀ ਹੋ ਚੁੱਕੀ ਆ, ਕਿਉਂਕਿ ਇਹ ਕਿਸਾਨੀ ਜਿਹੜਾ ਇਹ ਸੰਘਰਸ਼ ਚੱਲਦਾ, ਔਰ ਇਹਦੇ ਬਲਬੂਤੇ ਤੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਦੁਨੀਆ ਦਾ ਮਹਿੰਗਾ ਟੋਲ ਪਲਾਜ਼ਾ ਸੀ, ਉਹ ਆਪਣਾ ਲੌਡੂਵਾਲ ਵਾਲਾ, ਉਹ ਅੱਜ ਫ੍ਰੀ ਕਰਵਾਇਓ ਆ। ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੇ ਇਹ ਕਿਸਾਨ ਬਿਨਾਂ ਪਾਵਰ ਤੋਂ, ਬਿਨਾਂ ਸਰਕਾਰ ਤੋਂ ਇਹ ਕੰਮ ਕਰਕੇ ਸਾਨੂੰ ਆਜ਼ਾਦੀ ਦੇ ਸਕਦੀ, ਸਾਡੀ ਲੁੱਟ ਹੁੰਦੀ ਬਚਾ ਸਕਦੇ ਆ, ਤਾਂ ਜਿੱਦਣ ਇਹ ਪਾਵਰ ਦੇ ਵਿੱਚ ਆ ਗਿਆ ਤਾਂ ਇਹ ਸਾਡੇ ਲਈ ਕੀ ਸੁੱਖ ਤੇ ਸਹੂਲਤਾਂ ਲੈ ਕੇ ਆਉਣਗੇ, ਇਹ ਸਾਨੂੰ ਇੱਕ ਸਮਝਣ ਦੀ ਲੋੜ ਆ। ਅਸੀਂ ਇਹ ਹੀ ਸਮਝਾਉਣ ਦੀ ਹਰ ਪਿੰਡ ਦੇ ਵਿੱਚ, ਹਰ ਨਗਰ 'ਚ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਵੀ ਰਵਾਂਗੇ ਜਿੰਨਾ ਚਿਰ ਮਤਲਬ ਅਸੀਂ ਇਹ ਕੰਮ ਜਾਤੇ ਸਾਡੀ ਸਰੀਰ ਦੇ ਵਿੱਚ ਸਵਾਸ ਚੱਲਦੇ ਆ। ਅਸੀਂ ਇਮਾਨਦਾਰੀ ਦੇ ਨਾਲ ਆਪਣੇ ਲੋਕਾਂ ਲਈ ਔਰ ਆਪਣੀ ਕੌਮ ਲਈ, ਆਪਣੇ ਦੇਸ਼ ਲਈ ਇੱਦਾਂ ਹੀ ਲੜਦੇ ਰਹਾਂਗੇ ਕਿ ਇਹਨਾਂ ਨੂੰ ਅਸੀਂ ਚੰਗਾ ਭਵਿੱਖ ਦੇ ਸਕੀਏ। ਅਸੀਂ ਜੇ ਇਸ ਦੁਨੀਆ ਤੇ ਆਏ ਆ, ਸਾਡੇ ਕੁਝ ਫਰਜ਼ ਬਣਦੇ ਆ ਔਰ ਉਹ ਸਾਡੇ ਫਰਜ਼ ਕੀ ਆ? ਅਸੀਂ ਹਰ ਇੱਕ ਇਨਸਾਨ ਆਪਣੇ ਆਪ ਲਈ ਜੀਂਦਾ, ਅਸੀਂ ਆਪਣੇ ਆਪ ਲਈ ਜੀਣਾ ਛੱਡ ਕੇ ਲੋਕਾਂ ਲਈ ਜਿੱਦਣ ਜੀਣਾ ਸਿੱਖ ਲਿਆ, ਉਦਣ ਸਾਡੀ ਜ਼ਿੰਦਗੀ ਔਰ ਸਾਡਾ ਇਸ ਦੁਨੀਆ ਤੇ ਆਉਣਾ ਸਫਲ ਹੋਣਾ, ਜਿੱਦਣ ਅਸੀਂ ਲੋਕਾਂ ਲਈ ਜੀਣ ਲੱਗ ਪਏ। ਕਿਉਂਕਿ ਜਦੋਂ ਤੁਸੀਂ ਲੋਕਾਂ ਲਈ ਜੀਂਦੇ ਆ ਤਾਂ ਤੁਹਾਡੇ ਦਿਲ ਦੇ ਵਿੱਚ ਰਹਿਮ ਵੀ ਹੁੰਦਾ ਤੇ ਦਰਦ ਵੀ ਹੁੰਦਾ। ਜਦੋਂ ਤੁਸੀਂ ਸਿਰਫ ਆਪਣੇ ਆਪ ਲਈ ਜੀਂਦੇ ਆ ਤਾਂ ਉਦੋਂ ਤੁਹਾਡੇ ਦਿਲ ਦੇ ਵਿੱਚ ਇੱਕ ਸਿਰਫ ਈਰਖਾ ਹੁੰਦੀ ਆ, ਉਹ ਤੋਂ ਸਿਵਾਏ ਕੁਛ ਨਹੀਂ ਹੁੰਦਾ।
ਬਹੁਤ ਹੀ ਵਧੀਆ ਗੱਲ ਕਹੀ ਭਾਜੀ ਨੇ ਕਿ ਜਦੋਂ ਤੁਸੀਂ ਦੂਸਰਿਆਂ ਲਈ ਜਿੰਨੇ ਹੋ ਤਾਂ ਤੁਹਾਡੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਲੋਕਾਂ ਦੇ ਵਾਸਤੇ। ਆਗੂ ਕਿਰਤੀ ਕਿਸਾਨ ਦੇ ਤੁਹਾਨੂੰ ਜਿਹੜੇ ਸੁਰਜੀਤ ਸਿੰਘ ਜੀ ਨੇ ਉਹਨਾਂ ਨਾਲ ਮਿਲਾਨੇ ਆ, ਦੇਖਦੇ ਉਹਨਾਂ ਦੇ ਵਿਚਾਰ ਅੱਜ ਦੀ ਜਨਰੇਸ਼ਨ ਦੇ ਨਾਲ ਮਿਲਦੇ ਨੇ ਕਿ ਨਹੀਂ ਮਿਲਦੇ ਨੇ। ਆਓ ਮਿਲੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸਰਜੀਤ ਸਿੰਘ ਜੀ। ਅੱਛਾ ਜੀ। ਕਿਰਤੀ ਕਿਸਾਨ ਜਥੇਬੰਦੀ ਦਾ ਮੈਂਬਰ ਹੋਣ ਦੇ ਨਾਤੇ ਜੋ ਆਪਣੀ ਡਿਊਟੀ ਨਿਭਾ ਰਿਹਾ, ਇਹਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰਤ ਕਰ ਰਿਹਾ ਕਿ ਜਿਹੜੇ 1999 ਤੋਂ ਆਪਣੀਆਂ ਨੀਤੀਆਂ ਲਿਆਂਦੀਆਂ ਸਰਕਾਰਾਂ ਨੇ, ਉਹਨਾਂ ਨੇ ਸਾਡੇ ਨੀਤੀਆਂ ਲਿਆ ਕੇ ਸਾਡੇ ਤੇ ਪ੍ਰਾਈਵੇਟ ਐਡੀਸ਼ਨ ਜਿਹੜੀ ਆ ਥੋਪੀ ਆ। ਉਹਦੇ ਨਾਲ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਅਸੀਂ ਉਹ ਨੀਤੀਆਂ ਸਾਡੇ ਤੇ ਆਉਂਦੀਆਂ ਰਹੀਆਂ, ਪ੍ਰਾਈਵੇਟ ਨੀਤੀਆਂ ਦੇ ਵਿੱਚ ਜਿਹੜਾ ਪੱਕਾ ਮੁਲਾਜ਼ਮ ਸੀ ਉਹਨੂੰ ਰੱਖਿਆ ਨਹੀਂ ਗਿਆ, ਉਹਦੀਆਂ ਪੈਨਸ਼ਨਾਂ ਬੰਦ ਕਰਨ 'ਤੇ ਹੀ ਚਲੇ ਗਏ। ਜਿਹੜੇ ਮਜ਼ਦੂਰ ਜਿਹੜੀ ਦਿਹਾੜੀ ਸੀ ਉਹ ਸਾਡੀ 8 ਘੰਟੇ ਦੀ ਸੀ, ਉਹਨੂੰ 12 ਘੰਟੇ ਦੀ ਕਰਨ ਨੂੰ ਸਰਕਾਰ ਜਾ ਰਹੀ ਆ। ਅਸੀਂ ਉਹਨਾਂ ਨੀਤੀਆਂ ਨੂੰ ਅੱਜ ਉਹੋ ਹੀ ਸਾਰੀਆਂ ਨੀਤੀਆਂ ਦੇ ਜਿਹੜੇ ਢੰਗ ਤਰੀਕੇ ਆ ਉਹਨਾਂ ਦੇ ਨਾਲ ਅਸੀਂ ਆਪਣੇ ਨਗਰਾਂ ਦੇ ਵਿੱਚ ਨਾਟਕ ਕਰਾ ਕੇ ਇਹਨਾਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਸਾਡੀ ਪੀੜ੍ਹੀ ਆ ਉਹ ਪਿਛਲੇ ਸਮਿਆਂ 'ਚ ਸਰਕਾਰਾਂ ਨੇ ਨਸ਼ਿਆਂ 'ਚ ਗਾਲ ਦਿੱਤੀ ਜ਼ਿੰਦਗੀ ਉਹਨਾਂ ਦੀ, ਅਸੀਂ ਉਹਨਾਂ ਨੂੰ ਇਹਨਾਂ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਤੇ ਜਾਗਰਤ ਕਰਨਾ ਚਾਹੁੰਦੇ ਆ ਕਿ ਜਿਹੜੀ ਸਰਕਾਰੀ ਨੌਕਰੀ ਆ ਜਾਂ ਸਾਡੀ ਜਿਹੜੀ ਆਪਣੀ ਖੇਤੀ ਆ ਉਹ ਸਾਡੀ ਜੇ ਅਸੀਂ ਜੀ ਸੱਚੇ ਢੰਗ ਨਾਲ ਹੋਵੇ ਤੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਆ ਬਹੁਤ ਅੱਛੀ ਬਤੀਤ ਕਰ ਸਕਦੇ ਆ। ਇਸ ਕਰਕੇ ਅਸੀਂ ਇਹ ਜਿਹੜੀ ਨੌਜਵਾਨ ਪੀੜ੍ਹੀ ਆ ਇਹਨੂੰ ਨਾਟਕ ਕਰਕੇ ਆਪਣੇ ਸੁਚੇਤ ਕਰਨਾ ਚਾਹੁੰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਯੂਥ ਆ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨਾਂ ਗੱਲਾਂ ਨੂੰ ਸਮਝੂਗਾ ਤੇ ਇਹਨਾਂ ਨਸ਼ਿਆਂ ਤੋਂ ਬੇਕਾਰ ਹੋਊਗਾ, ਇਹਨਾਂ ਨਸ਼ਿਆਂ ਤੋਂ ਪਰੇ ਹੋਊਗਾ। ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾਉਣਾ ਚਾਹੁੰਦੇ ਆ। ਜੈ ਜਨਤਾ ਜੈ ਸੰਘਰਸ਼, ਜਿੱਤ ਮਿਹਨਤੀ ਲੋਕਾਂ ਦੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਬਜ਼ੁਰਗ ਕਿਸਾਨ ਔਰ ਜਵਾਨ ਕਿਸਾਨ ਦੀ ਸੋਚ ਜਿਹੜੀ ਹੈ ਆਪਸ ਵਿੱਚ ਮਿਲਣ ਲੱਗ ਗਈ ਹੈ ਤੇ ਹੁਣ ਨਿਸ਼ਚਿਤ ਹੈ ਕਿ ਦੇਸ਼ ਦਾ ਸੁਧਾਰ ਹੋਵੇਗਾ। ਥੈਂਕ ਯੂ ਸੋ ਮਚ। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼।